ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਕਲਾਸ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 7ਵੀਂ ਕਲਾਸ ਦਾ 9ਵਾਂ ਅਧਿਆਇ ਹੈ ਸਾਡੇ ਕੋਲ ਪ੍ਰਮੇਯ ਸੰਖਿਆਵਾਂ, ਰੈਸ਼ਨਲ ਨੰਬਰਸ। ਉਸੇ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਪ੍ਰਮੇਯ ਸੰਖਿਆਵਾਂ ਕੀ ਹੁੰਦੀਆਂ ਨੇ, ਪ੍ਰਮੇਯ ਸੰਖਿਆਵਾਂ ਦਾ ਮਿਆਰੀ ਰੂਪ ਕੀ ਹੁੰਦਾ ਹੈ, ਮਿਆਰੀ ਰੂਪ ਦੇ ਵਿੱਚ ਕਿਵੇਂ ਅਸੀਂ ਪ੍ਰਮੇਯ ਸੰਖਿਆਵਾਂ ਨੂੰ, ਦਿੱਤੀ ਹੋਈ ਪ੍ਰਮੇਯ ਸੰਖਿਆਵਾਂ ਨੂੰ ਬਦਲ ਸਕਦੇ ਹਾਂ, ਉਹ ਅਸੀਂ ਗੱਲ ਕਰਾਂਗੇ। ऋणात्मक ਤੇ ਧਨਾਤਮਕ ਪ੍ਰਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਪ੍ਰਮੇਯ ਸੰਖਿਆਵਾਂ ਨੂੰ ਸੰਖਿਆ ਰੇਖਾ ਦੇ ਉੱਤੇ ਕਿਵੇਂ ਅਸੀਂ ਦਰਸਾ ਸਕਦੇ ਹਾਂ, ਜਾਂ ਦੋ ਪ੍ਰਮੇਯ ਸੰਖਿਆਵਾਂ ਦੇ ਵਿਚਕਾਰ ਅਸੀਂ ਲੋੜੀਂਦੀਆਂ ਸੰਖਿਆਵਾਂ, ਲੋੜੀਂਦੀਆਂ ਪ੍ਰਮੇਯ ਸੰਖਿਆਵਾਂ ਕਿਵੇਂ ਪਤਾ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਦੇ ਇਸ ਲੈਸਨ ਦੇ ਵਿੱਚ, ਅੱਜ ਦੇ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਜ਼ਰੂਰ ਆਪਣੇ ਲੈ ਲਏ ਹੋਣਗੇ ਤਾਂ ਕਿ ਹਰ ਇੱਕ ਦੱਸੀ ਜਾਂਦੀ ਚੀਜ਼ ਨੂੰ ਨੋਟ ਵੀ ਕਰ ਸਕੋ। ਠੀਕ ਹੈ, ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਸਭ ਤੋਂ ਪਹਿਲਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਪ੍ਰਮੇਯ ਸੰਖਿਆਵਾਂ ਕੀ ਹਨ। ਸਭ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਪ੍ਰਮੇਯ ਸੰਖਿਆਵਾਂ ਕਿਹੜੀਆਂ ਸੰਖਿਆਵਾਂ ਨੂੰ ਕਿਹਾ ਜਾਂਦਾ ਹੈ। ਛੋਟੀਆਂ ਕਲਾਸਿਸ ਦੇ ਵਿੱਚ ਅਸੀਂ ਪ੍ਰਾਕਿਰਤਿਕ ਸੰਖਿਆਵਾਂ, ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ ਦੇ ਬਾਰੇ ਪੜ੍ਹ ਕੇ ਆਏ ਹਾਂ। ਤਾਂ ਪ੍ਰਮੇਯ ਸੰਖਿਆਵਾਂ ਸਾਡੇ ਕੋਲ ਇੱਕ ਪ੍ਰਮੇਯ ਸੰਖਿਆ ਨੂੰ ਅਜਿਹੀ ਸੰਖਿਆ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਨੂੰ P/Q ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ, ਜਿੱਥੇ P ਅਤੇ Q ਸੰਪੂਰਨ ਸੰਖਿਆਵਾਂ ਹਨ ਅਤੇ Q ਬਰਾਬਰ 0 ਨਹੀਂ ਹੈ। ਠੀਕ ਹੈ, ਕੋਈ ਵੀ ਇਹੋ ਜਿਹੀ ਸੰਖਿਆ ਜਿਹਨੂੰ ਅਸੀਂ P/Q ਦੇ ਰੂਪ ਦੇ ਵਿੱਚ ਦਰਸਾ ਸਕਦੇ ਹਾਂ ਉਹਨੂੰ ਅਸੀਂ ਪ੍ਰਮੇਯ ਸੰਖਿਆ ਕਹਿੰਦੇ ਹਾਂ। ਜਿਵੇਂ ਕਿ ਸਾਡੇ ਕੋਲ 1/2 -3/4, ਠੀਕ ਹੈ, 3/7, 5/13, ਇਸ ਤਰ੍ਹਾਂ ਦੀਆਂ ਅਣਗਿਣਤ ਸੰਖਿਆਵਾਂ ਜਿਹੜੀਆਂ ਅਸੀਂ ਲਿਖ ਸਕਦੇ ਹਾਂ ਜਿਨ੍ਹਾਂ ਨੂੰ ਵਟਿਆਂ ਦੇ ਰੂਪ ਦੇ ਵਿੱਚ ਲਿਖਿਆ ਜਾ ਸਕਦਾ ਹੈ। ਜਿਵੇਂ 3/1 ਵੀ ਲਿਖਿਆ ਜਾ ਸਕਦਾ ਹੈ, ਠੀਕ ਹੈ, ਔਰ 1/3 ਵੀ ਲਿਖਿਆ ਜਾ ਸਕਦਾ ਹੈ, ਔਰ 0/4 ਵੀ ਲਿਖਿਆ ਜਾ ਸਕਦਾ ਹੈ। ਇਹਦੇ 'ਚ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜਿਹੜੀ ਸਾਡੇ ਕੋਲ, ਜਿਵੇਂ ਹੁਣ P ਅਤੇ Q ਦੇ ਵਿੱਚ ਜਿਹੜੀਆਂ ਸੰਪੂਰਨ ਸੰਖਿਆ P ਅਤੇ Q ਹਨ, P ਨੂੰ ਅਸੀਂ ਅੰਸ਼ ਕਹਿੰਦੇ ਹਾਂ ਤੇ ਜਿਹੜੀ Q ਹੈ ਇਹਨੂੰ ਅਸੀਂ ਹਰ ਕਹਿੰਦੇ ਹਾਂ। Q ਦੀ ਜਿਹੜੀ ਕੀਮਤ ਹੈ ਉਹ ਕਦੇ ਵੀ 0 ਦੇ ਬਰਾਬਰ ਨਹੀਂ ਹੋ ਸਕਦੀ। ਕਹਿਣ ਦਾ ਭਾਵ ਹੈ ਜਿਹੜਾ ਹੇਠਾਂ ਵਾਲੀ ਜਿਹੜੀ ਸੰਖਿਆ ਹੈ ਇਹ ਕਦੇ ਵੀ 0 ਨਹੀਂ ਹੋ ਸਕਦੀ। P ਤੇ Q ਕੋਈ ਵੀ ਸੰਪੂਰਨ ਸੰਖਿਆਵਾਂ ਹੋ ਸਕਦੀਆਂ ਨੇ। ਠੀਕ ਹੈ, ਤਾਂ ਇਹੋ ਜਿਹੀਆਂ ਜਿੰਨੀਆਂ ਵੀ ਸੰਖਿਆਵਾਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਵਟੇ ਦੇ ਰੂਪ ਵਿੱਚ ਲਿਖ ਸਕਦੇ ਹਾਂ, ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਉਹ ਸਾਰੀਆਂ ਸੰਖਿਆਵਾਂ ਨੂੰ ਪ੍ਰਮੇਯ ਸੰਖਿਆਵਾਂ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ। ਪਿਆਰੇ ਬੱਚੋ, ਸਾਨੂੰ ਪਤਾ ਹੈ ਕਿ ਸੰਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ। ਜਿਵੇਂ ਨੰਬਰ ਲਾਈਨ ਦੇ ਉੱਤੇ ਆਪਾਂ ਦਰਸਾਉਂਦੇ ਹਾਂ ਸਭ ਦੇ ਵਿਚਕਾਰ ਜਿਹੜੀ 0, ਉਸ ਤੋਂ ਬਾਅਦ 1 2 3 4, ਇਸੇ ਢੰਗ ਦੇ ਨਾਲ ਸਾਡੇ ਕੋਲ ਜਿਹੜੀਆਂ ਧਨਾਤਮਕ ਸੰਖਿਆਵਾਂ ਸੱਜੇ ਪਾਸੇ ਨੂੰ ਵਧਦੀਆਂ ਨੇ, ਔਰ ਖੱਬੇ ਪਾਸੇ ਸਾਡੇ ਕੋਲ ਇਹਦੇ ਵਿੱਚ ਰਿਣਾਤਮਕ ਸੰਖਿਆਵਾਂ ਜਿਹੜੀਆਂ ਆ ਜਾਂਦੀਆਂ ਨੇ। -1 -2 ਘਟਾਓ ਦੇ 3 ਘਟਾਓ ਦੇ 4, ਇਸੇ ਢੰਗ ਦੇ ਨਾਲ ਇਹ ਵੀ ਅੱਗੇ ਹੋਰ ਛੋਟੀ ਤੋਂ ਛੋਟੀ ਸੰਖਿਆ ਅਸੀਂ ਲਿਖ ਸਕਦੇ ਹਾਂ। ਤੋ ਸੰਪੂਰਨ ਸੰਖਿਆਵਾਂ ਸਾਡੇ ਕੋਲ ਇਹ ਸਾਰੀਆਂ ਹੁੰਦੀਆਂ ਨੇ। ਸਵਾਲ ਇਹ ਹੈ ਕਿ ਕੀ ਇਹ ਸਾਰੀਆਂ ਸੰਖਿਆਵਾਂ ਵੀ ਪ੍ਰਮੇਯ ਸੰਖਿਆਵਾਂ ਹਨ? ਤਾਂ ਬਿਲਕੁਲ ਇਹ ਸੰਖਿਆਵਾਂ ਵੀ ਪ੍ਰਮੇਯ ਸੰਖਿਆਵਾਂ ਹਨ। ਫਿਰ ਤੁਹਾਡਾ ਸਵਾਲ ਹੋਏਗਾ ਕਿ ਇਹਨਾਂ ਨੂੰ ਅਸੀਂ P/Q ਦੀ ਫਾਰਮ ਦੇ ਵਿੱਚ ਤਾਂ ਲਿਖਿਆ ਨਹੀਂ ਹੋਇਆ। ਠੀਕ ਹੈ ਨਾ, ਇਹ ਸੰਖਿਆਵਾਂ ਵਟੇ ਦੇ ਰੂਪ 'ਚ ਨਹੀਂ ਲਿਖੀਆਂ ਹੋਈਆਂ, ਪਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਸੰਖਿਆਵਾਂ ਨੂੰ ਅਸੀਂ ਵਟੇ ਦੇ ਰੂਪ ਵਿੱਚ ਲਿਖ ਸਕਦੇ ਹਾਂ। ਜਿਵੇਂ ਅਗਰ ਮੇਰੇ ਕੋਲ 0 ਹੈ ਤਾਂ ਮੈਂ 0 ਨੂੰ 0/1 ਲਿਖ ਸਕਦਾ ਹਾਂ, 1 ਨੂੰ 1/1 ਲਿਖ ਸਕਦਾ ਹੈ, 2 ਨੂੰ 2/1 ਲਿਖ ਸਕਦਾ ਹੈ, 3 ਨੂੰ 3/1, ਇਸੇ ਢੰਗ ਦੇ ਨਾਲ 4 ਨੂੰ 4/1 ਲਿਖ ਸਕਦਾ। ਇਸੇ ਢੰਗ ਦੇ ਨਾਲ ਜਿਹੜੀਆਂ ਰਿਣਾਤਮਕ ਸੰਪੂਰਨ ਸੰਖਿਆਵਾਂ ਨੇ ਇਹਨਾਂ ਦੇ ਨਾਲ ਵੀ ਅਸੀਂ ਹਰ ਦੇ ਵਿੱਚ 1 ਲਗਾ ਸਕਦੇ ਹਾਂ ਸਾਰੀਆਂ ਸੰਖਿਆਵਾਂ ਦੇ, ਔਰ ਇਹਨਾਂ ਨੂੰ P/Q ਦੀ ਫਾਰਮ ਦੇ ਵਿੱਚ P/Q ਦੇ ਰੂਪ ਵਿੱਚ ਬਦਲ ਸਕਦੇ ਹਾਂ। ਠੀਕ ਹੈ, ਤਾਂ ਕੋਈ ਵੀ ਸੰਖਿਆ ਹੈ, ਚਾਹੇ ਉਹ ਸਾਡੇ ਕੋਲ ਸੰਪੂਰਨ ਸੰਖਿਆ ਹੈ, ਚਾਹੇ ਉਹ ਪੂਰਨ ਸੰਖਿਆ ਹੈ, ਚਾਹੇ ਪ੍ਰਾਕਿਰਤਿਕ ਸੰਖਿਆ ਹੈ, ਉਹਨਾਂ ਨੂੰ P/Q ਦੀ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ। ਇਸ ਰੂਪ ਵਿੱਚ ਲਿਖਣ ਦੇ ਲਈ ਅਸੀਂ ਉਹਦੇ ਵਿੱਚ ਹਰ ਜਿਹੜਾ 1 ਲਗਾ ਸਕਦੇ ਹਾਂ। ਜਾਂ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਸੰਖਿਆ ਸਾਡੇ ਕੋਲ ਹੋਵੇ, ਜਿਵੇਂ 34 ਹੈ, ਇਹਦੇ ਹੇਠਾਂ ਅਸੀਂ 1 ਲਿਖਦੇ ਨਹੀਂ ਪਰ ਹਮੇਸ਼ਾ ਹੁੰਦਾ ਹੈ। ਠੀਕ ਹੈ, 34/1 ਹੁੰਦਾ ਹੈ ਪਰ ਅਸੀਂ ਇਹਨੂੰ ਹਮੇਸ਼ਾ 34 ਹੀ ਲਿਖਦੇ ਹਾਂ। ਸੋ ਇਹ ਸਾਡੇ ਕੋਲ ਪ੍ਰਮੇਯ ਸੰਖਿਆ ਵੀ ਹੈ। ਠੀਕ ਹੈ, तो आओ इस तो अगे देखते हैं। इस तो बाद साडे कोल है तुल प्रमेय संख्यावां। प्रमेय संख्यावां नूं असीं इंग्लिश दे विच रैशनल नंबर्स बोलते हैं। तो तुल प्रमेय संख्यावां भाव इक्विवेलेंट रैशनल नंबर्स। ठीक है, इहदा की भाव है, जिवें हुण एक प्रमेय संख्या मैं इत्थे लिखदा 3/4। ठीक है, ये साडे कोल एक प्रमेय संख्या है।
ਇਸੇ ਪ੍ਰਮੇय ਸੰਖਿਆ ਨੂੰ ਕੀ ਇਸ ਹੀ ਰੂਪ ਦੇ ਵਿੱਚ ਲਿਖਿਆ ਜਾ ਸਕਦਾ ਹੈ? ਨਹੀਂ, ਇਸ ਪ੍ਰਮੇय ਸੰਖਿਆ ਨੂੰ ਬਹੁਤ ਸਾਰੇ ਰੂਪਾਂ ਦੇ ਵਿੱਚ ਲਿਖਿਆ ਜਾ ਸਕਦਾ ਹੈ। ਕਿਵੇਂ? ਜਿਵੇਂ ਅਗਰ ਮੈਂ 3/4 ਨੂੰ 2/2 ਦੇ ਨਾਲ ਗੁਣਾ ਕਰਦਾ, ਭਾਵ ਅੰਸ਼ ਨੂੰ ਜਿਸ ਸੰਖਿਆ ਦੇ ਨਾਲ ਗੁਣਾ ਕੀਤਾ ਜਾਵੇ ਉਸੇ ਹੀ ਸੰਖਿਆ ਦੇ ਨਾਲ ਹਰ ਨੂੰ ਵੀ ਗੁਣਾ ਕੀਤਾ ਜਾਵੇ, ਤਾਂ ਸਾਡੇ ਕੋਲ ਪ੍ਰਮੇय ਸੰਖਿਆ ਦਾ ਜਿਹੜਾ ਰੂਪ ਹੈ ਉਹ ਬਦਲ ਜਾਂਦਾ ਹੈ। ਜਿਵੇਂ 3 ਦੂਣੀ ਸਾਡੇ ਕੋਲ 6 ਹੋ ਜਾਣਗੇ, ਹੇਠਾਂ ਸਾਡੇ ਕੋਲ 4 ਦੂਣੀ 8 ਹੋ ਜਾਣਗੇ। ਠੀਕ ਹੈ, ਤਾਂ ਇਹ ਸਾਡੇ ਕੋਲ ਦੇਖਣ ਨੂੰ 6/8 ਲੱਗਦਾ ਹੈ, ਪਰ ਇਹ 6/8 3/4 ਦੇ ਸਮਾਨ ਹੀ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਇਸੇ ਪ੍ਰਮੇय ਸੰਖਿਆ 3/4 ਨੂੰ ਜੇਕਰ ਮੈਂ 3/3 ਦੇ ਨਾਲ ਗੁਣਾ ਕਰਦਾ, ਭਾਵ ਅੰਸ਼ ਨੂੰ ਵੀ 3 ਦੇ ਨਾਲ ਤੇ ਹਰ ਨੂੰ ਵੀ 3 ਦੇ ਨਾਲ, ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਕਿ ਪ੍ਰਮੇय ਸੰਖਿਆ ਦੇ ਵਿੱਚ ਜਦੋਂ ਵੀ ਅਸੀਂ ਅੰਸ਼ ਨੂੰ ਕਿਸੇ ਸੰਖਿਆ ਦੇ ਨਾਲ ਗੁਣਾ ਕਰਨਾ ਹੈ ਤਾਂ ਹਰ ਨੂੰ ਵੀ ਸਾਨੂੰ ਉਸੇ ਹੀ ਸੰਖਿਆ ਦੇ ਨਾਲ ਗੁਣਾ ਕਰਨਾ ਹੀ ਪਏਗਾ, ਨਹੀਂ ਤੇ ਜਿਹੜਾ ਉਹ ਸਾਡੇ ਕੋਲ ਸਵਾਲ ਹੈ ਜਾਂ ਐਕਸਪ੍ਰੈਸ਼ਨ ਹੈ ਉਹ ਗਲਤ ਹੋ ਜਾਏਗਾ। ਠੀਕ ਹੈ, ਤਾਂ 3 ਤੀਆ ਸਾਡੇ ਕੋਲੇ 9 ਬਣ ਜਾਣਗੇ ਔਰ ਹੇਠਾਂ 4 ਤੀਆ 12 ਹੋ ਜਾਣਗੇ। ਤਾਂ ਦੇਖਣ ਨੂੰ 9/12 ਜਿਹੜੀ ਹੈ ਸੰਖਿਆ ਇਹ ਤੁਹਾਨੂੰ 3/4 ਤੋਂ ਭਿੰਨ ਲੱਗ ਸਕਦੀ ਹੈ, ਪਰ ਇਸ ਦੀ ਕੀਮਤ ਵੀ ਸਾਡੇ ਕੋਲ 3/4 ਦੇ ਬਰਾਬਰ ਹੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਸੰਖਿਆਵਾਂ ਅੱਗੇ ਤੋਂ ਅੱਗੇ ਜਿਹੜੀਆਂ ਲਿਖੀਆਂ ਜਾ ਸਕਦੀਆਂ ਨੇ। ਅਸੀਂ ਅੰਸ਼ ਅਤੇ ਹਰ ਨੂੰ 3 ਨਾਲ ਗੁਣਾ ਕੀਤਾ ਹੈ, ਫਿਰ ਅਸੀਂ ਅੰਸ਼ ਅਤੇ ਹਰ ਨੂੰ 4 ਨਾਲ ਗੁਣਾ ਕਰਾਂਗੇ, ਅੰਸ਼ ਅਤੇ ਹਰ ਨੂੰ 5 ਨਾਲ ਗੁਣਾ ਕਰਾਂਗੇ। ਇਸ ਤਰ੍ਹਾਂ ਬਹੁਤ ਸਾਰੀਆਂ ਪ੍ਰਮੇय ਸੰਖਿਆਵਾਂ ਜਿਹੜੀਆਂ ਉਹ ਲਿਖੀਆਂ ਜਾ ਸਕਦੀਆਂ ਨੇ। ਜਿਹੜੀਆਂ ਪ੍ਰਮੇय ਸੰਖਿਆਵਾਂ ਅਸੀਂ 3/4 ਤੋਂ ਇਸ ਢੰਗ ਦੇ ਨਾਲ ਸੰਖਿਆਵਾਂ ਦੇ ਨਾਲ ਗੁਣਾ ਕਰਕੇ ਬਣਾਵਾਂਗੇ, ਉਹ ਸਾਰੀਆਂ ਸੰਖਿਆਵਾਂ ਜਿਹੜੀਆਂ ਨੇ ਉਹ ਸਾਡੇ ਕੋਲ ਤੁਲ ਪ੍ਰਮੇय ਸੰਖਿਆਵਾਂ ਅਖਵਾਉਂਦੀਆਂ ਨੇ। ਕਹਿਣ ਦਾ ਭਾਵ ਹੈ 3/4 6/8 ਤੇ 9/12 ਇਹ ਸਾਡੇ ਕੋਲ ਤੁਲ ਪ੍ਰਮੇय ਸੰਖਿਆਵਾਂ ਨੇ। ਇਹ ਸਾਡੇ ਕੋਲ ਤੁਲ ਪ੍ਰਮੇय ਸੰਖਿਆਵਾਂ ਨੇ, ਇਕੁਇਵਲੈਂਟ ਰੈਸ਼ਨਲ ਨੰਬਰਸ ਨੇ। ਇਹਨਾਂ ਦੀ ਕੀਮਤ ਜਿਹੜੀ ਆ ਉਹ ਇੱਕ ਦੂਜੇ ਦੇ ਸਮਾਨ ਹੀ ਹੁੰਦੀ ਹੈ। ਠੀਕ ਹੈ, ਜਿਵੇਂ ਹੁਣ 9/12 ਹੈ, ਇਸ ਨੂੰ ਜੇ ਨਿਊਨਤਮ ਰੂਪ ਵਿੱਚ ਲਿਖਣਾ ਹੋਵੇ ਤਾਂ ਇਸ ਦਾ ਜਿਹੜਾ ਨਿਊਨਤਮ ਰੂਪ ਹੈ, ਸਰਲਤਮ ਰੂਪ ਹੈ ਸਾਡੇ ਕੋਲ, ਉਹ 3/4 ਹੁੰਦਾ ਹੈ। 9/12 ਤੋਂ 3/4 ਤੇ ਅਸੀਂ ਕਿਵੇਂ ਜਾਵਾਂਗੇ? ਅਸੀਂ ਦੇਖ ਸਕਦੇ ਹਾਂ ਕਿ 9 ਤੇ 12 ਦੋਨੋਂ ਹੀ 3 ਦੇ ਪਹਾੜੇ ਵਿੱਚ ਆਉਂਦੇ ਹਨ, ਤਾਂ 9 ਨੂੰ 3 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ ਤੇ 12 ਨੂੰ ਵੀ 3 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ। ਜਿਵੇਂ ਗੁਣਾ ਕਰਨ ਵੇਲੇ ਸੀ ਇਸੇ ਢੰਗ ਦੇ ਨਾਲ ਅਸੀਂ ਭਾਗ ਕਰਨ ਲੱਗੇ ਵੀ ਇਸ ਚੀਜ਼ ਦਾ ਖਿਆਲ ਰੱਖਣਾ ਕਿ ਜਿਸ ਸੰਖਿਆ ਦੇ ਨਾਲ ਅਸੀਂ ਅੰਸ਼ ਨੂੰ ਭਾਗ ਕਰਨਾ ਹੈ ਉਸੇ ਹੀ ਸੰਖਿਆ ਦੇ ਨਾਲ ਹਰ ਨੂੰ ਵੀ ਭਾਗ ਕਰਨਾ ਹੀ ਕਰਨਾ ਹੈ। ਠੀਕ ਹੈ, ਤਾਂ ਇਹ 9 ਨੂੰ 3 ਨਾਲ ਭਾਗ ਕਰਿਆ ਤੇ ਸਾਡੇ ਕੋਲ ਜਿਹੜਾ 3 ਬਣ ਜਾਂਦਾ ਹੈ, ਹੇਠਾਂ 12 ਨੂੰ 3 ਨਾਲ ਭਾਗ ਕਰਨ ਤੇ ਸਾਡੇ ਕੋਲ 4 ਪ੍ਰਾਪਤ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ 9/12 ਤੋਂ ਅਸੀਂ ਵਾਪਸ 3/4 ਤੇ ਵੀ ਜਾ ਸਕਦੇ ਹਾਂ। ਇਸ ਨੂੰ ਆਪਾਂ ਇਵੇਂ ਬੋਲਦੇ ਹਾਂ ਕਿ 9/12 ਨੂੰ ਅਸੀਂ ਸਰਲਤਮ ਰੂਪ ਦੇ ਵਿੱਚ ਜਦੋਂ ਬਦਲਿਆ ਤੇ ਉਹ ਸਾਡੇ ਕੋਲ 3/4 ਬਣ ਗਿਆ। ਠੀਕ ਹੈ, ਮੰਨ ਲਓ ਇੱਕ ਮੇਰੇ ਕੋਲ ਸੰਖਿਆ ਹੈ -1/2 ਪ੍ਰਮੇय ਸੰਖਿਆ। ਠੀਕ ਹੈ, ਤਾਂ -1/2 ਨੂੰ ਜੇਕਰ ਮੈਂ 2/2 ਦੇ ਨਾਲ ਗੁਣਾ ਕਰਾਂ ਤਾਂ ਇਹ ਮੇਰੇ ਕੋਲ ਬਣ ਜਾਏਗਾ 2 ਘਟਾਓ ਦੇ 2/4। ਠੀਕ ਹੈ, -1/2 ਨੂੰ ਜੇਕਰ 3/3 ਨਾਲ ਗੁਣਾ ਕਰੀਏ, ਅੰਸ਼ ਨੂੰ ਵੀ 3 ਦੇ ਨਾਲ ਹਰ ਨੂੰ ਵੀ 3 ਦੇ ਨਾਲ, ਇਹ ਸਾਡੇ ਕੋਲ ਬਣ ਜਾਏਗਾ ਘਟਾਓ ਦੇ 3/6। ਠੀਕ ਹੈ, ਇਸੇ ਢੰਗ ਦੇ ਨਾਲ ਆਪਾਂ ਅੱਗੇ ਵੀ ਕਰ ਸਕਦੇ ਹਾਂ। -1/2 ਨੂੰ ਗੁਣਾ ਕਰ ਸਕਦੇ ਹਾਂ 4/4 ਦੇ ਨਾਲ। ਠੀਕ ਹੈ, 5/5 ਦੇ ਨਾਲ, ਤਾਂ ਇਹ ਸਾਡੇ ਕੋਲ -4/8 ਬਣ ਜਾਏਗਾ। ਇਹ ਸਾਰੀਆਂ ਜਿਹੜੀਆਂ ਪ੍ਰਮੇय ਸੰਖਿਆਵਾਂ ਬਣ ਰਹੀਆਂ ਨੇ, ਚਾਹੇ ਉਹ -2/4 ਹੈ, -3/6 ਹੈ ਜਾਂ -4/8 ਹੈ, ਇਹ ਸਾਰੀਆਂ ਹੀ -1/2 ਦੇ ਤੁਲ ਨੇ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਾਰੀਆਂ ਪ੍ਰਮੇय ਸੰਖਿਆਵਾਂ ਦਾ ਜਿਹੜਾ ਸਿੰਪਲੈਸਟ ਫਾਰਮ ਹੈ, ਸਰਲਤਮ ਰੂਪ ਹੈ, ਉਹ ਸਾਡੇ ਕੋਲ ਘਟਾਓ ਦੇ 1/2 ਹੈ। ਠੀਕ ਹੈ ਬੱਚਿਓ, तो आओ ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲ ਹੈ ਟੌਪਿਕ ਧਨਾਤਮਕ ਅਤੇ ਰਿਣਾਤਮਕ ਪ੍ਰਮੇय ਸੰਖਿਆਵਾਂ। ਹੁਣ ਇਹਨਾਂ ਦਾ ਕੀ ਭਾਵ ਹੈ, ਇਹਨਾਂ ਨੂੰ ਅਸੀਂ ਕਿਵੇਂ ਸਮਝਣਾ ਹੈ? ਦੇਖੋ, ਜਦੋਂ ਅਸੀਂ ਕੋਈ ਵੀ ਪ੍ਰਮੇय ਸੰਖਿਆ ਲਿਖਦੇ ਹਾਂ ਉਹਦੇ ਵਿੱਚ ਸਾਡੇ ਕੋਲ ਇੱਕ ਅੰਸ਼ ਹੁੰਦਾ ਹੈ ਤੇ ਦੂਸਰਾ ਸਾਡੇ ਕੋਲ ਜਿਹੜਾ ਉਹਦਾ ਹਰ ਹੁੰਦਾ ਹੈ। ਠੀਕ ਹੈ, ਅੰਸ਼ ਅਤੇ ਹਰ, ਅੰਸ਼ ਵਟਾ ਹਰ। ਤੋ ਇਹਦੇ ਵਿੱਚ ਸਾਡੇ ਕੋਲ ਦੋ ਸੰਖਿਆਵਾਂ ਨੇ, ਅੰਸ਼ ਹੈ ਇੱਕ ਹਰ ਹੈ। ਹੋ ਸਕਦਾ ਹੈ ਸਾਡੇ ਕੋਲ ਜਿਹੜਾ ਅੰਸ਼ ਹੈ ਉਹ ਘਟਾਓ ਦਾ ਹੋਵੇ, ਹਰ ਜਿਹੜਾ ਜਮਾ ਦਾ ਹੋਵੇ। ਹੋ ਸਕਦਾ ਹੈ ਹਰ ਘਟਾਓ ਦਾ ਹੋਵੇ, ਅੰਸ਼ ਸਾਡੇ ਕੋਲ ਜਮਾ ਦਾ ਹੋਵੇ। ਠੀਕ ਹੈ, ਇਹ ਵੀ ਹੋ ਸਕਦਾ ਹੈ ਸਾਡੇ ਕੋਲ ਦੋਨੋਂ ਹੀ ਜਮਾ ਦੇ ਹੋਣ ਜਾਂ ਦੋਨੋਂ ਹੀ ਘਟਾਓ ਦੇ ਹੋਣ। ਠੀਕ ਹੈ, ਤਾਂ ਕੁਝ ਉਦਾਹਰਨਾਂ ਆਪਾਂ ਇਹਦੇ ਵਿੱਚ ਲੈ ਲੈਂਦੇ ਹਾਂ। ਜਿਵੇਂ ਅਗਰ ਆਪਾਂ ਲਿਖਦੇ ਹਾਂ 2/3, ਇਹਦੇ ਵਿੱਚ ਸਾਡੇ ਕੋਲ ਅੰਸ਼ ਵੀ ਜਿਹੜਾ ਧਨਾਤਮਕ ਹੈ, ਹਰ ਵੀ ਧਨਾਤਮਕ ਹੈ, ਤਾਂ ਇਸ ਪ੍ਰਮੇय ਸੰਖਿਆ ਨੂੰ ਅਸੀਂ ਧਨਾਤਮਕ ਪ੍ਰਮੇय ਸੰਖਿਆ ਕਹਾਂਗੇ। ਠੀਕ ਹੈ, ਧਨਾਤਮਕ ਪ੍ਰਮੇय
ਸੰਖਿਆ। ਠੀਕ ਹੈ, ਇਹ ਵੀ ਹੋ ਸਕਦਾ ਸੀ ਸਾਡੇ ਕੋਲ ਇਹ ਦੋਨੋਂ ਅੰਸ਼ ਤੇ ਹਰ ਦੋਨੋਂ ਹੀ ਜਿਹੜੇ ਆ ਉਹ ಋਣਾਤਮਕ ਹੁੰਦੇ, ਜਿਵੇਂ ਘਟਾਓ ਦੇ 2 ਵਟਾ ਘਟਾਓ ਦੇ 3। ਠੀਕ ਹੈ, ਤਾਂ ਇਹੋ ਜਿਹੇ ਕੇਸ ਦੇ ਵਿੱਚ ਆਪਾਂ ਕੀ ਕਰਨਾ ਹੈ, ਜਦੋਂ ਸਾਡੇ ਕੋਲ ਅੰਸ਼ ਵੀ ਘਟਾਓ ਦਾ ਹੈ ਹਰ ਵੀ ਘਟਾਓ ਦਾ ਹੈ, ਤਾਂ ਅਸੀਂ ਦੋਨਾਂ ਨੂੰ ਇੱਕ ਹੀ ਸੰਖਿਆ ਦੇ ਨਾਲ ਗੁਣਾ ਕਰ ਸਕਦੇ ਹਾਂ। ਜਿਵੇਂ -2 ਨੂੰ -1 ਨਾਲ ਗੁਣਾ ਕਰ ਦਿਆਂਗੇ, -3 ਨੂੰ ਵੀ ਅਸੀਂ -1 ਦੇ ਨਾਲ ਗੁਣਾ ਕਰ ਦਿਆਂਗੇ। ਇਹ ਸਾਡੇ ਕੋਲ ਮਾਈਨਸ ਮਾਈਨਸ ਪਲੱਸ ਹੋ ਜਾਂਦਾ ਹੈ, ਤਾਂ ਇਹ 2 ਬਣ ਜਾਏਗਾ ਸਾਡੇ ਕੋਲ, ਹੇਠਾਂ ਮਾਈਨਸ ਮਾਈਨਸ ਪਲੱਸ ਬਣੇਗਾ, ਇਹ ਸਾਡੇ ਕੋਲ 3 ਬਣ ਜਾਏਗਾ। ਠੀਕ ਹੈ, तो -2 ਵਟਾ -3 ਨੂੰ ਅਸੀਂ 2 ਵਟਾ 3 ਵੀ ਲਿਖ ਸਕਦੇ ਹਾਂ। ਇਹਨੂੰ ਅਸੀਂ ਇਵੇਂ ਵੀ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਅਗਰ ਅੰਸ਼ ਦੇ ਨਾਲ ਵੀ ਘਟਾਓ ਦਾ ਨਿਸ਼ਾਨ ਹੈ, ਹਰ ਦੇ ਨਾਲ ਵੀ ਘਟਾਓ ਦਾ ਨਿਸ਼ਾਨ ਹੈ, ਕਿ ਮਾਈਨਸ ਦੇ ਨਾਲ ਮਾਈਨਸ ਨੂੰ ਅਸੀਂ ਕੱਟ ਸਕਦੇ ਹਾਂ, ਘਟਾਓ ਦੇ ਨਿਸ਼ਾਨ ਦੇ ਨਾਲ ਘਟਾਓ ਦੇ ਨਿਸ਼ਾਨ ਨੂੰ ਕੱਟਿਆ ਜਾ ਸਕਦਾ ਹੈ, ਤੇ ਇਹ ਸਾਡੇ ਕੋਲ 2 ਵਟਾ 3 ਦੇ ਬਰਾਬਰ ਬਣ ਜਾਂਦਾ ਹੈ। ਸੋ ਵਿਦਿਆਰਥੀਓ, ਜੇਕਰ ਸਾਡੇ ਕੋਲ ਅੰਸ਼ ਅਤੇ ਹਰ ਦੋਨੋਂ ਹੀ ਘਟਾਓ ਦੇ ਹਨ, ਫਿਰ ਵੀ ਜਿਹੜੀ ਸਾਡੇ ਕੋਲ ਪ੍ਰਮੇय ਸੰਖਿਆ ਹੈ ਉਹ ਧਨਾਤਮਕ ਪ੍ਰਮੇय ਸੰਖਿਆ ਹੀ ਹੁੰਦੀ ਹੈ, ਕਿਉਂਕਿ ਘਟਾਓ ਦੇ ਨਿਸ਼ਾਨ ਜਿਹੜੇ ਨੇ ਦੋਨੋਂ ਜਗ੍ਹਾ ਤੇ ਆਪਸ ਦੇ ਵਿੱਚ ਕੱਟੇ ਜਾ ਸਕਦੇ ਹਨ। ਠੀਕ ਹੈ, ਤਾਂ ਇਹ ਵੀ ਸਾਡੇ ਕੋਲ ਕਿਹੜੀ ਪ੍ਰਮੇय ਸੰਖਿਆ ਹੈ? ਧਨਾਤਮਕ ਪ੍ਰਮੇय ਸੰਖਿਆ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਜੇਕਰ ਸਾਡੇ ਕੋਲ ਅੰਸ਼ ਅਤੇ ਹਰ ਦੋਨਾਂ ਦੇ ਵਿੱਚੋਂ ਇੱਕ ਜਿਹੜੀ ਸੰਖਿਆ ਧਨਾਤਮਕ ਹੋਵੇ ਤੇ ਦੂਜੀ ಋਣਾਤਮਕ ਹੋਵੇ। ਜਿਵੇਂ ਅਗਰ ਸਾਡੇ ਕੋਲ ਘਟਾਓ ਦੇ 3 ਵਟਾ 4 ਨੇ, ਦੂਜੀ ਜਗ੍ਹਾ ਸਾਡੇ ਕੋਲ 3 ਵਟਾ ਘਟਾਓ 4 ਹੈ। ਠੀਕ ਹੈ, ਤਾਂ ਅਗਰ ਸਾਡੇ ਕੋਲ ਦੋਨਾਂ ਦੇ ਵਿੱਚੋਂ ਇੱਕ ਸੰਖਿਆ ਜਿਹੜੀ ਹੈ ਉਹ ਘਟਾਓ ਦੀ ਹੈ, ਦੂਜੀ ਜਿਹੜੀ ਹੈ ਉਹ ਜਮਾ ਦੀ ਹੈ, ਤਾਂ ਇਹੋ ਜਿਹੀਆਂ ਜਿਹੜੀਆਂ ਪ੍ਰਮੇय ਸੰਖਿਆਵਾਂ ਨੇ ਇਹ ಋਣਾਤਮਕ ਪ੍ਰਮੇय ਸੰਖਿਆਵਾਂ ਅਖਵਾਉਂਦੀਆਂ ਨੇ। ਠੀਕ ਹੈ, ऋणात्मक प्रमेय संख्या है। ठीक है, इसे ढंग दे नाल जिहड़ी 3 वटा घटाओ 4 है, ये भी साडे कोल एक ऋणात्मक प्रमेय संख्या है। ठीक है, तो असी इस दे विच की सिੱਖਿਆ कि जेकर साडे कोल प्रमेय संख्या दे विच अंश ਅਤੇ हर दोनों ही घटाओ दे होण या दोनों ही जमा दे होण, फिर वो प्रमेय संख्या साडे कोल धनात्मक प्रमेय संख्या हुंदी है। पर जेकर अंश या हर दे विचों एक धनात्मक होवे दूसरा ऋणात्मक होवे, फिर इहो ਜਿਹੇ केस ਦੇ ਵਿੱਚ ਜਿਹੜੀਆਂ ਪ੍ਰਮੇय ਸੰਖਿਆਵਾਂ ਨੂੰ ਅਸੀਂ ऋणात्मक प्रमेय संख्यावां कहते हैं। ठीक है बच्चों, तो मैनूं उम्मीद है कि धनात्मक ਅਤੇ ऋणात्मक प्रमेय ਸੰਖਿਆਵਾਂ ਦੀ ਪਛਾਣ ਜਿਹੜੀ ਉਹ ਤੁਹਾਨੂੰ ਪਤਾ ਚੱਲ ਗਈ ਹੋਵੇਗੀ। ਆਪਾਂ ਕੁਝ ਉਦਾਹਰਨਾਂ ਕਰਦੇ ਹਾਂ ਜਿਹਦੇ ਵਿੱਚ ऋणात्मक ਤੇ ਧਨਾਤਮਕ ਪ੍ਰਮੇय ਸੰਖਿਆਵਾਂ ਨੂੰ ਅਸੀਂ ਪਛਾਣਾਂਗੇ। ਜਿਵੇਂ 4 ਵਟਾ -3, -2 ਵਟਾ -7, 5 ਵਟਾ 4, -3 ਵਟਾ 2। ठीक है, तो इन्हां दे विच अगर असीं देखिए, पहली जिहड़ी साडे कोल संख्या है 4 वटा घटाओ दे 3, इहदे विच जिहड़ा हर है वो कल्ला ही ऋणात्मक है, इसलिए ये प्रमेय संख्या साडे कोल की होएगी? ऋणात्मक होएगी। ठीक है बच्चों, इसे ढंग दे नाल तुसी अगला सवाल देख सकते हो, -2 वटा -7। तो इहदे च आपां गल करके आए कि दोनों ही अगर घटाओ दे ने तो घटाओ दे नाल घटाओ नूं कट्टिया जा सकदा है। तो ये जिहड़ी साडे कोल प्रमेय संख्या है ये धनात्मक प्रमेय संख्या होवेगी, धनात्मक प्रमेय संख्या होवेगी। ठीक है, इस तो बाद 5 वटा 4 ਦੇ ਵਿੱਚ ਸਾਡੇ ਕੋਲ 5 ਅਤੇ 4 ਦੋਨੋਂ ਹੀ ਜਮਾ ਦੇ ਨੇ, ਦੋਨੋਂ ਹੀ ਧਨਾਤਮਕ ਨੇ, ਇਹ ਵੀ ਸਾਡੇ ਕੋਲ ਧਨਾਤਮਕ ਪ੍ਰਮੇय ਸੰਖਿਆ ਹੀ ਹੋਵੇਗੀ। ਇਸ ਤੋਂ ਬਾਅਦ -3 ਵਟਾ 2, ਘਟਾਓ ਦੇ 3 ਵਟਾ 2 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਫ ਅੰਸ਼ ਜਿਹੜਾ ਹੈ ਉਹ ਘਟਾਓ ਦਾ ਹੈ, ਹਰ ਜਿਹੜਾ ਜਮਾ ਦਾ ਹੈ, ਤਾਂ ਇਹ ਸਾਡੇ ਕੋਲ ऋणात्मक ਪ੍ਰਮੇय ਸੰਖਿਆ ਹੈ। ठीक है विद्यार्थियों, तो इस ढंग के नाल तुसीं संख्यावां नूं देख के बड़ी आसानी दे नाल पछाण सकते हो कि साडे कोल ऋणात्मक प्रमेय संख्यावां होणगीਆਂ जां धनात्मक प्रमेय संख्यावां होणगीਆਂ। ਮਿਆਰੀ रूप विच प्रमेय संख्यावां। ठीक है, तो वो प्रमेय संख्यावां दा ਮਿਆਰੀ रूप की हुंदा है, किवें आपां किसी भी प्रमेय संख्या नूं ਮਿਆਰੀ रूप दे विच लिख सकते हैं, इहदे बारे असीं जाणांगे। ਮਿਆਰੀ रूप दे विच प्रमेय संख्या नूं लिखण दे लई सानूं दो चीज़ां दा जिहड़ा असीं ख्याल करना है ਉਹਦੇ ਵਿੱਚ। पहली चीज़ तो यह है कि जदों भी साडे कोल कोई प्रमेय संख्या है जिहदे विच अंश ते एक हर भी होएगा,
ਉਹਦੇ ਵਿੱਚ ਅੰਸ਼ ਅਤੇ ਹਰ ਦਾ ਸਾਂਝਾ ਗੁਣਨਖੰਡ 1 ਹੈ। ਜਿਵੇਂ ਮੈਂ ਸੰਖਿਆ ਲਿਖ ਲੈਣਾ 3/4। ਤੋਂ ਆਪਾਂ ਦੇਖ ਸਕਦੇ ਹਾਂ ਜਿਹੜਾ 3 ਤੇ 4 ਹੈ ਇਹ ਕਿਸੇ ਵੀ ਇੱਕ ਕੋਈ ਐਸੀ ਸੰਖਿਆ ਨਹੀਂ ਹੈ ਜਿਹਦੇ ਪਹਾੜੇ ਦੇ ਵਿੱਚ ਇਹ ਦੋਨੋਂ ਆਉਂਦੇ ਹੋਣ, ਠੀਕ ਹੈ। ਤੋਂ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ 3 ਅਤੇ 4 ਦਾ ਜਿਹੜਾ ਸਾਂਝਾ ਗੁਣਨਖੰਡ ਹੈ ਉਹ ਸਾਡੇ ਕੋਲ ਸਿਰਫ ਤੇ ਸਿਰਫ 1 ਹੈ, ਠੀਕ ਹੈ। ਔਰ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਜੇਕਰ ਸਾਡੇ ਕੋਲ ऋणात्मक ਪ੍ਰਮੇय ਸੰਖਿਆ ਹੈ ਜਿਵੇਂ 3/4 ਹੈ ਤਾਂ ਜਿਹੜਾ ਘਟਾਓ ਦਾ ਨਿਸ਼ਾਨ ਹੈ ਉਹ ਹਮੇਸ਼ਾ ਅੰਸ਼ ਦੇ ਨਾਲ ਹੀ ਲੱਗਾ ਹੋਣਾ ਚਾਹੀਦਾ ਹੈ, ਹਰ ਦੇ ਨਾਲ ਨਹੀਂ ਲੱਗਾ ਹੋਣਾ ਚਾਹੀਦਾ, ਠੀਕ ਹੈ। ਤਾਂ ਕੋਈ ਵੀ ਸੰਖਿਆ ਪ੍ਰਮੇय ਸੰਖਿਆ ਸਾਨੂੰ ਦਿੱਤੀ ਹੈ ਉਹਦੇ ਵਿੱਚ ਅਸੀਂ ਦੋ ਚੀਜ਼ਾਂ ਦੇਖਣੀਆਂ ਨੇ, ਉਹਦੇ ਤੋਂ ਸਾਨੂੰ ਪਤਾ ਚੱਲ ਜਾਏਗਾ ਕਿ ਉਹ ਮਿਆਰੀ ਰੂਪ ਦੇ ਵਿੱਚ ਹੈ ਜਾਂ ਨਹੀਂ। ਇੱਕ ਤੇ ਜੇਕਰ ਸੰਖਿਆ ऋणात्मक ਹੈ ਤਾਂ ਘਟਾਓ ਦਾ ਨਿਸ਼ਾਨ ਸਿਰਫ ਤੇ ਸਿਰਫ ਅੰਸ਼ ਦੇ ਨਾਲ ਹੋਣਾ ਚਾਹੀਦਾ ਹੈ। ਦੂਸਰਾ ਉਸ ਸੰਖਿਆ ਦੇ ਵਿੱਚ ਅੰਸ਼ ਅਤੇ ਹਰ ਦੋਨਾਂ ਦਾ ਸਾਂਝਾ ਗੁਣਨਖੰਡ 1 ਤੋਂ ਇਲਾਵਾ ਕੋਈ ਵੀ ਨਹੀਂ ਹੋਏਗਾ, ਠੀਕ ਹੈ। ਜੇਕਰ ਹੈ ਤਾਂ ਫਿਰ ਅਸੀਂ ਕੀ ਕਰਨਾ ਹੈ, ਜਿਵੇਂ ਇੱਕ ਉਦਾਹਰਨ ਅਸੀਂ ਲਿਖ ਲੈਂਦੇ ਇੱਥੇ 4/12, ਠੀਕ ਹੈ। ਤੋਂ ਇਹਦੇ 'ਚ ਅਸੀਂ ਦੇਖ ਸਕਦੇ ਹਾਂ 4/12 ਦੇ ਵਿੱਚ ਇਹ ਦੋਨੋਂ 4 ਤੇ 12 ਇਹ 2 ਦੇ ਪਹਾੜੇ ਵਿੱਚ ਵੀ ਜਾਂਦੇ ਨੇ, ਇਹ ਸਾਡੇ ਕੋਲ ਦੋਨੋਂ ਹੀ 4 ਦੇ ਪਹਾੜੇ ਵਿੱਚ ਵੀ ਆਉਂਦੇ ਨੇ, 4 ਏਕਮ 4 ਤੇ 4 ਤੀਆ 12। ਹੁਣ ਇਸ ਪ੍ਰਮੇय ਸੰਖਿਆ ਨੂੰ ਜੇਕਰ ਅਸੀਂ ਮਿਆਰੀ ਰੂਪ ਦੇ ਵਿੱਚ ਬਦਲਣਾ ਹੋਏ ਤਾਂ ਸਾਨੂੰ ਜਿਹੜਾ ਵੀ ਇਹਨਾਂ ਦਾ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਹੈ ਦੋਨਾਂ ਦਾ ਅੰਸ਼ ਤੇ ਹਰ ਦਾ, ਉਹਦੇ ਨਾਲ ਸਾਨੂੰ ਅੰਸ਼ ਨੂੰ ਵੀ ਭਾਗ ਕਰਨਾ ਪਏਗਾ ਅਤੇ ਹਰ ਨੂੰ ਵੀ ਭਾਗ ਕਰਨਾ ਪਏਗਾ। ਇਹਦਾ ਭਾਵ ਹੈ ਜੇਕਰ ਅਸੀਂ 4/12 ਨੂੰ ਮਿਆਰੀ ਰੂਪ ਦੇ ਵਿੱਚ ਬਦਲਣਾ ਹੋਵੇ ਤਾਂ ਸਾਨੂੰ ਕੀ ਕਰਨਾ ਪਏਗਾ। ਸਾਨੂੰ ਪਤਾ ਹੈ ਕਿ ਤੁਲ ਭਿੰਨਾਂ ਜਦੋਂ ਅਸੀਂ ਪਤਾ ਕਰਨੇ ਤੁਲ ਭਿੰਨਾਂ ਵਾਲਾ ਅਸੀਂ ਕਨਸੈਪਟ ਕੀਤਾ ਸੀ, ਉਹਦੇ 'ਚ ਅਸੀਂ ਇਹ ਗੱਲ ਕੀਤੀ ਹੈ ਕਿ ਅੰਸ਼ ਅਤੇ ਹਰ ਦੋਨਾਂ ਨੂੰ ਜਾਂ ਤਾਂ ਕਿਸੇ ਸੇਮ ਸੰਖਿਆ ਦੇ ਨਾਲ ਇੱਕੋ ਹੀ ਸੰਖਿਆ ਦੇ ਨਾਲ ਗੁਣਾ ਵੀ ਕੀਤਾ ਜਾ ਸਕਦਾ ਹੈ, ਭਾਗ ਵੀ ਕੀਤਾ ਜਾ ਸਕਦਾ ਹੈ। ਮਿਆਰੀ ਰੂਪ ਦੇ ਵਿੱਚ ਬਦਲਣ ਲਈ ਸਾਨੂੰ ਭਾਗ ਕਰਨਾ ਪੈਂਦਾ, ਠੀਕ ਹੈ। ਤਾਂ 4 ਨੂੰ ਵੀ ਅਸੀਂ 4 ਦੇ ਨਾਲ ਭਾਗ ਕਰਾਂਗੇ, ਹੇਠਾਂ 12 ਨੂੰ ਵੀ 4 ਦੇ ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ 4 ਨੂੰ 4 ਨਾਲ ਭਾਗ ਕੀਤਾ 1 ਪ੍ਰਾਪਤ ਹੋਏਗਾ, 12 ਨੂੰ 4 ਨਾਲ ਭਾਗ ਕਰਨ ਤੇ ਸਾਨੂੰ 3 ਪ੍ਰਾਪਤ ਹੋਏਗਾ। ਸੋ ਅਸੀਂ ਕਹਿ ਸਕਦੇ ਹਾਂ ਕਿ 4/12 ਦਾ ਜਿਹੜਾ ਮਿਆਰੀ ਰੂਪ ਹੈ ਉਹ ਸਾਡੇ ਕੋਲ 1/3 ਹੈ। ਠੀਕ ਹੈ, ਠੀਕ ਹੈ ਵਿਦਿਆਰਥੀਓ। ਤੋ ਇਸ ਢੰਗ ਦੇ ਨਾਲ ਆਪਾਂ ਪ੍ਰਮੇय ਸੰਖਿਆ ਦਾ ਮਿਆਰੀ ਰੂਪ ਕਿਸ ਤਰ੍ਹਾਂ ਦਾ ਹੁੰਦਾ, ਦਿੱਤੀ ਹੋਈ ਪ੍ਰਮੇय ਸੰਖਿਆ ਨੂੰ ਕਿਵੇਂ ਆਪਾਂ ਮਿਆਰੀ ਰੂਪ ਦੇ ਵਿੱਚ ਬਦਲਣਾ ਹੈ ਉਹ ਆਪਾਂ ਸਿੱਖਿਆ ਹੈ। ਆਓ ਇਸ ਤੋਂ ਅੱਗੇ ਦੇਖਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਸਵਾਲ ਹੈ ਹੇਠ ਲਿਖੀਆਂ ਪ੍ਰਮੇय ਸੰਖਿਆਵਾਂ ਦੇ ਵਿੱਚ 5 ਪ੍ਰਮੇय ਸੰਖਿਆਵਾਂ ਲਿਖੋ। 2 ਪ੍ਰਮੇय ਸੰਖਿਆਵਾਂ ਸਾਨੂੰ ਦਿੱਤੀਆਂ ਹੋਈਆਂ ਨੇ, ਇਹਨਾਂ ਦੇ ਵਿਚਕਾਰ ਅਸੀਂ ਹੋਰ 5 ਪ੍ਰਮੇय ਸੰਖਿਆਵਾਂ ਲਿਖਣੀਆਂ ਨੇ। ਤੋਂ ਬੜਾ ਆਸਾਨ ਹੈ, ਦੇਖਦੇ ਹਾਂ ਆਪਾਂ ਇਹਨੂੰ ਕਿਵੇਂ ਕਰਨਾ ਹੈ। ਤੋਂ ਜਦੋਂ ਵੀ 2 ਪ੍ਰਮੇय ਸੰਖਿਆਵਾਂ ਦੇ ਵਿਚਕਾਰ ਹੋਰ ਪ੍ਰਮੇय ਸੰਖਿਆਵਾਂ ਲਿਖਣੀਆਂ ਹੋਣ ਤਾਂ ਅਸੀਂ ਕੀ ਕਰਾਂਗੇ, ਦੋਨਾਂ ਦੇ ਜਿਹੜੇ ਹਰ ਹੈ ਉਹਨਾਂ ਨੂੰ ਅਸੀਂ ਸਮਾਨ ਕਰ ਲੈਣਾ ਇੱਕ ਦੂਸਰੇ ਦੇ। ਉਹ ਕਿਵੇਂ ਕਰਾਂਗੇ, ਨੀਚੇ ਵਾਲੀ ਜਿਹੜੀ ਸੰਖਿਆ ਹੈ ਇਹਦੇ ਹਰ ਦੇ ਨਾਲ ਉੱਪਰ ਵਾਲੀ ਸੰਖਿਆ ਨੂੰ ਅਸੀਂ ਗੁਣਾ ਕਰਾਂਗੇ, ਅੰਸ਼ ਨੂੰ ਵੀ ਤੇ ਹਰ ਨੂੰ ਵੀ। ਇਹ ਸੰਖਿਆ ਸਾਡੇ ਕੋਲ ਬਣ ਜਾਏਗੀ ਘਟਾਓ ਦੇ 12/15। ਇਸੇ ਢੰਗ ਦੇ ਨਾਲ ਉੱਪਰ ਵਾਲੀ ਜਿਹੜੀ ਦਿੱਤੀ ਹੋਈ ਸੰਖਿਆ ਸੀ ਇਹਦਾ ਹਰ ਸਾਡੇ ਕੋਲ 5 ਸੀ, ਤੋਂ ਇਸ 5 ਦੇ ਨਾਲ ਅਸੀਂ ਹੇਠਾਂ ਵਾਲੀ ਸੰਖਿਆ ਨੂੰ ਦੇ ਅੰਸ਼ ਅਤੇ ਹਰ ਦੋਨਾਂ ਨੂੰ ਗੁਣਾ ਕਰਾਂਗੇ। 5 ਦੂਣੀ 10 ਔਰ ਹੇਠਾਂ ਸਾਡੇ ਕੋਲ 5 ਤੀਆ 15 ਬਣ ਜਾਏਗਾ, ਠੀਕ ਹੈ। तो हुण तुसीं देख सकते हो कि दोनों संख्यावां दे जिहड़े साडे कोल हर सी वो समान हो गए ने। जिहड़ा घटाओ 12/15 है ये 4 घटाओ दे 4/5 इहदे तुल है साडे कोल भिन्न, भाव इहदे ही बराबर है। इसी ढंग दे नाल 2/3 घटाओ दे 2/3 इहदे तुल असीं भिन्न घटाओ दे 10/15 जिहड़ी लिख ली है। दोनों दे हर सब तो पहली साडी जिहड़ी कोशिश सी वो असीं ਉਹਦੇ 'ਚ सफल होए हैं कि दोनों के हर असीं बराबर कर लए ने, ठीक है। ਹੁਣ ਇਸ ਤੋਂ ਬਾਅਦ ਅਸੀਂ ਇਹ ਦੇਖਣਾ ਹੈ ਕਿ 12 ਅਤੇ 10 ਘਟਾਓ ਦੇ 12 ਤੇ ਘਟਾਓ ਦੇ 10 ਦੇ ਵਿਚਕਾਰ ਹੋਰ ਕਿੰਨੀਆਂ ਸੰਖਿਆਵਾਂ ਸੰਪੂਰਨ ਸੰਖਿਆਵਾਂ ਨੇ। ਤਾਂ 10 ਤੋਂ ਬਾਅਦ 11 ਆਏਗਾ, 11 ਤੋਂ ਬਾਅਦ 12 ਆਏਗਾ। ਇਹਦਾ ਮਤਲਬ ਸਾਡੇ ਕੋਲ ਇਹਨਾਂ ਦੇ ਵਿਚਕਾਰ ਅਜੇ ਸਿਰਫ ਇੱਕ ਪ੍ਰਮੇय ਸੰਖਿਆ ਆਪਾਂ ਲਿਖ ਸਕਦੇ ਹਾਂ, ਘਟਾਓ ਦੇ 11/15, ਠੀਕ ਹੈ। ਤਾਂ ਇਹਦੇ ਲਈ ਇੱਕ ਸੌਖਾ ਤਰੀਕਾ ਆਪਾਂ ਹੋਰ ਕਰਦੇ ਹਾਂ। ਪ੍ਰਮੇय ਸੰਖਿਆਵਾਂ ਨੂੰ 4/4 ਦੇ ਨਾਲ ਅਸੀਂ ਗੁਣਾ ਕਰਾਂਗੇ, ਅੰਸ਼ ਨੂੰ ਵੀ 4 ਦੇ ਨਾਲ ਤੇ ਹਰ ਨੂੰ ਵੀ 4 ਦੇ ਨਾਲ ਗੁਣਾ ਕਰਾਂਗੇ। ਕਿਉਂ ਕਰਾਂਗੇ ਉਹ ਆਪਾਂ ਦੇਖਦੇ ਹਾਂ। ਇਹਦੇ ਨਾਲ ਇਹ ਮੇਰੇ ਕੋਲ ਬਣ ਜਾਏਗਾ 12 ਚੌਕ 48 ਘਟਾਓ ਦੇ 48 ਬਣ ਜਾਣਗੇ ਔਰ ਹੇਠਾਂ 15 ਚੌਕੇ 60 ਬਣ ਜਾਣਗੇ। ਇਸੇ ਢੰਗ ਦੇ ਨਾਲ ਘਟਾਓ ਦੇ 10/15 ਨੂੰ 4/4 ਨਾਲ ਗੁਣਾ ਕਰਨ ਤੇ 10 ਚੌਕਾ 40 ਘਟਾਓ ਦੇ 40 ਔਰ ਥੱਲੇ ਸਾਡੇ ਕੋਲ 15 ਚੌਕੇ 60 ਬਣ ਜਾਣਗੇ, ਠੀਕ ਹੈ। ਸੋ 40 ਅਤੇ 48 ਦੇ ਵਿਚਕਾਰ ਅਸੀਂ 7 ਪ੍ਰਮੇय ਸੰਖਿਆਵਾਂ ਬੜੀ ਆਸਾਨੀ ਦੇ ਨਾਲ ਲਿਖ ਸਕਦੇ। पर सानू सवाल दे विच सिर्फ 5 प्रमेय संख्यावां लिखण वास्ते क्या, तो असीं बड़ी आसानी दे नाल इत्थे 5 प्रमेय संख्यावां लिख देंगे, ठीक है।
तो ਅਸੀਂ -40/60 ਤੋਂ ਸ਼ੁਰੂ ਕਰਾਂਗੇ। ਇਸ ਤੋਂ ਬਾਅਦ ਸਾਡੇ ਕੋਲ -41/60 ਆਏਗਾ। ਇਸ ਤੋਂ ਫਿਰ ਛੋਟਾ ਨੰਬਰ ਜਿਹੜਾ ਉਹ -42/60 ਹੋ ਜਾਏਗਾ। ਫਿਰ -43/60 ਹੋ ਜਾਏਗਾ। फिर -44/60 हो जाएगा, -45/60। तो साडे कोल तुसीं देख सकते हो 5 प्रमेय संख्यावां हो गई ने। ठीक है, तो इस तो बाद जिहड़ी असीं संख्या वो -48/60 लिख देंगे। ठीक है बच्चों, घटाओ के जिहड़े 40/60 ने ये साडे कोल असल दे विच घटाओ के 2/3 के तुल एक प्रमेय संख्या है। इसे ढंग दे नाल जिहड़ी साडे कोल -48/60 प्रमेय संख्या है, ये साडे कोल -4/5 के तुल प्रमेय संख्या है। ठीक है, तो -40/60 नूं असीं वापस जिस तो इनू असीं बनाया सी वो लिख सकते हैं, भाव घटाओ के 2/3। और इस तो बाद बाकी दियां संख्यावां असीं इवें लिख देंगे। -48/60 जिहड़ा है ये साडे कोल -4/5 संख्या होएगा। ठीक है, तो ये वो दो प्रमेय संख्यावां सन जिहड़ियां सानूं शुरू दे विच दित्तियां गईयां सन और इन्हां दे विचकार असीं 5 प्रमेय संख्यावां लिखण दे विच सफल होए हां। ठीक है, तो ये साडे कोल 5 प्रमेय संख्यावां लोड़ींदियां प्रमेय संख्यावां होणगीਆਂ। ठीक है, तो इत्थे असीं लिख देंगे सो -41/60 घटाओ दे 42/60 घटाओ दे 43/60 घटाओ 44/60 घटाओ 45/60 लोड़ींदियां प्रमेय संख्यावां हन। प्यारे बच्चों, इत्थे मैं एक चीज़ होर तुहानूं दसनी चाहांगा कि कोई भी दो प्रमेय संख्यावां दे विच अणगिणत प्रमेय संख्यावां लिखियां जा सकदियां हन। इसलिए ये जिहड़ा साडे कोल उत्तर है ये इस सवाल दा कोई स्पैशल खास सिर्फ यही उत्तर नहीं है, इस तो इलावा होर भी बहुत सारे उत्तर जिहड़े आ वो इस सवाल दे लिखे जा सकते हैं। क्योंकि अणगिणत प्रमेय संख्यावां जिहड़ियां ये दोनों प्रमेय संख्यावां दे विचकार होणगीਆਂ, उन्हां दे विचों कोई भी 5 प्रमेय संख्यावां वो असीं इत्थे लिख सकते हैं। ठीक है, इस मैथड के नाल साडे कोल ये वालियां प्रमेय संख्यावां आईयां ने, इन्हां तो इलावा असीं होर बहुत सारियां प्रमेय संख्यावां भी लिख सकते हैं। सो किसी बच्चे का जिहड़ा उत्तर है वो डिफरेंट भी हो सकता है। जिवें इत्थे 40 तो 41 तो लैके 45 तक मैं लिखियां ने, 46 47 कोई बच्चा लिख सकता है, 43 तो 47 तक लिखियां जा सकदियां ने। ठीक है, होर भी बहुत सारियां लिखियां जा सकदियां ने, ये चीज़ ध्यान दे विच जरूर रखनी है। इस तो बाद साडे कोल सवाल है -2/7 दे तुल 4 प्रमेय संख्यावां लिखो। ठीक है, तो ये बारे आपां गल करके आए हैं, तो बड़ी आसानी दे नाल ये सवाल जिहड़ा वो कीता जा सकता है। -2/7 दे तुल असीं 4 प्रमेय संख्यावां लिखणियां ने, तो सब तो पहलां असीं -2/7 नूं 2/2 दे नाल गुणा करांगे, अंश नूं भी 2 दे नाल, हर नूं भी 2 नाल गुणा करांगे, तो ये साडे कोल -4/14 हो जाएगा। ठीक है, फिर असीं -2/7 नूं 3/3 नाल गुणा करांगे, तो ये साडे कोल -6/21 हो जाएगा। इसे ढंग दे नाल -2/7 नूं असीं जेकर 4/4 नाल गुणा करते हैं, ये साडे कोल -8/28 हो जाएगा। -2/7 नूं जेकर असीं 5/5 दे नाल गुणा करांगे, तो ये साडे कोल -10/35 हो जाएगा। ठीक है, तो ये -14 4/14 -6/21 -8/28 ते -10/35 ये -2/7 दे तुल 4 पिन्नां लोड़ींदियां पिन्नां हन। ठीक है, सो इस ढंग दे नाल कोई भी सानू प्रमेय संख्या दित्ती होवे ओदियां तुल पिन्नां असीं बड़ी ही आसानी दे नाल लिख सकते हैं। ये सारियां तुल पिन्नां जिहड़ियां असीं लिखियां ने, इन्हां दा जदों असीं इन्हां नूं सरल करांगे, न्यूनतम रूप विच लिखांगे इन्हां नूं, मियारी रूप दे विच, तां ओह साडे कोल फिर -2/7 दे समान ही बनेगा।
ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਇੱਕ ਸੰਖਿਆ ਰੇਖਾ ਖਿੱਚੋ ਅਤੇ ਉਸ ਉੱਤੇ ਘਟਾਓ 7/4 ਨੂੰ ਦਰਸਾਓ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਸੰਖਿਆ ਰੇਖਾ ਜਿਹੜੀ ਖਿੱਚਾਂਗੇ। ਠੀਕ ਹੈ, ਇਸ ਸੰਖਿਆ ਰੇਖਾ ਦੇ ਉੱਤੇ ਇਸ ਢੰਗ ਦੇ ਨਾਲ ਸਕੇਲ ਦੀ ਮਦਦ ਦੇ ਨਾਲ ਅਸੀਂ ਬਰਾਬਰ ਦੂਰੀ ਤੇ ਜਿਹੜੇ ਬਿੰਦੂ ਲਗਾ ਲਵਾਂਗੇ। ठीक है, तो संख्या रेखा के उत्ते एक रेखा के उत्ते असीं बराबर दूरी के उत्ते बिंदु लगा लवांगे। इस तो बाद हेठां तुसीं देखना है, साडे कोल संख्या है 4। तो असीं जिहड़ी ये संख्या है वो 0 के खब्बे पासे जिहड़ी दर्शाई जाएगी, क्योंकि ये ऋणात्मक संख्या है। ठीक है, तो 0 मैं इत्थे लै लैना। ठीक है, तो इस तो बाद जदों असीं संख्यावां लिखांगे तां असीं हर संख्या, जिवें इत्थे साडे कोल घटाओ दा 1 आना सी, असीं घटाओ 1/4 लिखांगे। सज्जे पासे साडे कोल 1 आना ते इहदी जगह ते असीं 1 जमा का 1/4 लिखांगे। ठीक है, इत्थे साडे कोल घटाओ 1/4 होएगा। इसी ढंग दे नाल साडे कोल 2/4 3/4। ठीक, तो खब्बे पासे साडे कोल अगली संख्या जिहड़ी है वो घटाओ दे 2/4 आएगी, फिर साडे कोल घटाओ दे 3/4 आएगी, फिर साडे कोल घटाओ दे 4/4 आएगी। ये जिहड़ा 4/4 है, इहनूं असीं अगर मियारी रूप दे विच देखीए तां इह साडे कोल घटाओ दा 1 बनेगा। कहण दा भाव है 0 तो बाद साडे कोल खब्बे पासे जिहड़ी पहली संपूर्ण संख्या है वो घटाओ 1 रहेगी। तो असीं देख सकते हैं ये 1 इकाई नूं असीं 4 हिस्सिਆਂ ਦੇ ਵਿੱਚ ਇੱਥੇ ਵੰਡ ਲਿਆ है। ये साडे कोल 4 हिस्सिਆਂ ਦੇ ਵਿੱਚ ਵੰਡਿਆ ਗਿਆ है पूरा पोर्शन। क्यों? क्योंकि साडे कोल जिहड़ी प्रमेय संख्या ਦਾ हर ਸੀ ਉਹ साडे कोल 4 ਸੀ। इस तो बाद अगली जिहड़ी प्रमेय संख्या है वो साडे कोल घटाओ 5/4 रहेगी, फिर साडे कोल घटाओ 6/4 रहेगी। अगली संख्या साडे कोल घटाओ दे 7/4 रहेगी। इस तो बाद ये साडे कोल 8/4, ये फिर साडे कोल अगली संपूर्ण संख्या घटाओ दे 2 बनेगी। ठीक है, तो जिहड़ी लोड़ींदी सानू प्रमेय संख्या दर्शाउण वास्ते किया गया सी वो साडे कोल ये वाली प्रमेय संख्या बनेगी। ठीक है, घटाओ दे 7/4। सो इस ढंग दे नाल संख्या रेखा के उत्ते प्रमेय संख्या नूं असीं दर्शा सकते हैं। ठीक है, सो प्यारे बच्चों, मैनूं पूरी उम्मीद है कि अज दा लैसन लगाउण तो बाद तुसीं प्रमेय संख्यावां दे बारे चंगी तरह जाणू हो गए होवोगे। प्रमेय संख्यावां की हुंदियां ने, प्रमेय संख्यावां दा मियारी रूप, ऋणात्मक धनात्मक प्रमेय संख्यावां नूं नंबर लाइन ते संख्या रेखा दे उत्ते असीं किवें दर्शाने आ। ठीक है, तो मैनूं पूरी उम्मीद है कि हर एक दसी गई चीज़ नूं तुसीं अपनी नोटबुक ते नोट भी कीता होएगा ते अगे वास्ते भी इहनूं याद भी रखोगे। ठीक है विद्यार्थियों, तो अज दे लई इन्ना ही। मिलते हैं फिर अगले लैसन दे विच, अगले लैक्चर दे विच, अगले कॉन्सैप्ट दे नाल। उदों तक सत श्री अकाल।